ਜਹਾਨ ਗਣਜੈ। ਤ੍ਰੇ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਾਨ ਤ੍ਰਿਣ ਕਹਿਤ। ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸਮਤ। ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸਮਤ। ਤੂੰ ਠਾਕਰੋ ਬੈਰਾਗਰੋ, ਮੈਂ ਜਹੀ ਘਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵੱਡ ਦਾਣਾ, ਕਰ ਮਿਹਰਮਤ ਸਾਈਂ। ਕਿਰਪਾ ਕੀਜੈ ਸਾ ਮਤ ਦੀਜੈ, ਆਠ ਪਹਿਰ ਤੁਧ ਧਿਆਈ। ਗਰਬ ਨਾ ਕੀਜੈ ਰੈਣ ਹੋਵੀਜੈ, ਤਾਂ ਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਹੀ ਘਣ ਛੇਰੀ ਰਾਮ। ਮਨ ਮੁਖ ਮਾਨਸ ਦੇਹ ਤੇ, ਪਸ਼ੂ ਪ੍ਰੇਤ ਅਚੇਤ ਚੰਗੇਰੇ। ਪਸ਼ੂ ਨ ਮੰਗੈ ਪਸ਼ੂ ਤੇ, ਪੰਖੇਰੂ ਪੰਖੇਰੂ ਘੇਰੇ। 84 ਲੱਖ ਜੂਨ ਵਿੱਚ, ਉੱਤਮ ਮਾਨਸ ਜੂਨ ਪਲੇਰੇ। ਉੱਤਮ ਮਨ ਬਚ ਕਰਮ ਕਰ, ਜਨਮ ਮਰਨ ਭਵ ਜਲ ਲਖ ਫੇਰੇ। ਰਾਜਾ ਪਰਜਾ ਹੋਏ ਕੈ, ਸੁਖ ਵਿੱਚ ਦੁਖ ਹੋਏ ਭਲੇ ਭਲੇਰੇ। ਕੁੱਤਾ ਰਾਜ ਬਹਾਲੀਐ, ਚੱਕੀ ਚੱਟਣ ਜਾਏ ਅਨੇਰੇ। ਗੁਰ ਪੂਰੇ ਵੈਣ ਗਰਭ ਵਸੇਰੇ, ਗੁਰ ਪੂਰੇ ਵੈਣ ਗਰਭ ਵਸੇਰੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ ਸੋ ਪਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ,
ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਮਹੱਲਾ ਪਹਿਲਾ। ਸ਼ੰਤ ਘਰ ਦੂਜਾ। ਤੂੰ ਸਭਨੀ ਥਾਈ ਜਿਥੈ ਹਉ ਜਾਈ। ਸਾਚਾ ਸਿਰਜਨਹਾਰ ਜੀਓ। ਸਭਨਾ ਕਾ ਦਾਤਾ ਕਰਮ ਵਿਦਾਤਾ। ਦੁਖ ਵਿਸਾਰਨਹਾਰ ਜੀਓ। ਤੂੰ ਸਭਨੀ ਥਾਈ ਜਿਥੈ ਹਉ ਜਾਈ। ਸਾਚਾ ਸਿਰਜਨਹਾਰ ਜੀਓ। ਸਭਨਾ ਕਾ ਦਾਤਾ ਕਰਮ ਵਿਦਾਤਾ। ਦੁਖ ਵਿਸਾਰਨਹਾਰ ਜੀਓ। ਦੁਖ ਵਿਸਾਰਨਹਾਰ ਸੁਆਮੀ। ਕੀਤਾ ਜਾਂ ਕਾ ਹੋਵੈ। ਕੋਟ ਕੋਟੰਤਰ ਪਾਪਾਂ ਕੇਰੇ। ਏਕ ਘੜੀ ਮਹਿ ਖੋਵੈ। ਹੰਸ ਜੇ ਹੰਸਾ ਬੱਗ ਸੇ ਬੱਗਾ। ਘਟ ਘਟ ਕਰੇ ਵਿਚਾਰ ਜੀਓ। ਤੂੰ ਸਭਨੀ ਥਾਈ ਜਿਥੈ ਹਉ ਜਾਈ। ਸਾਚਾ ਸਿਰਜਨਹਾਰ ਜੀਓ। ਜਿਨ ਇਕ ਮਨ ਧਿਆਇਆ ਤਿਨ ਸੁਖ ਪਾਇਆ। ਤੇ ਵਿਰਲੇ ਸੰਸਾਰ ਜੀਓ। ਤਿਨ ਜਮ ਨੇੜ ਨਾ ਆਵੈ। ਗੁਰ ਸ਼ਬਦ ਕਮਾਵੈ। ਕਬਹੂ ਨਾ ਆਵਹਿ ਹਾਰ ਜੀਓ। ਤੇ ਕਬਹੂ ਨਾ ਹਾਰ ਹੈ। ਹਰ ਹਰ ਗੁਣ ਸਾਰ ਹੈ। ਤਿਨ ਜਮ ਨੇੜ ਨਾ ਆਵੈ। ਜੰਮਣ ਮਰਨ ਤਿਨਾ ਕਾ ਚੂਕਾ। ਜੋ ਹਰ ਲਾਗੇ ਪਾਵੈ। ਗੁਰਮਤਿ ਹਰ ਰਸ ਹਰ ਫਲ ਪਾਇਆ। ਹਰ ਹਰ ਨਾਮ ਉਰ ਧਾਰ ਜੀਓ। ਜਿਨ ਇਕ ਮਨ ਧਿਆਇਆ ਤਿਨ ਸੁਖ ਪਾਇਆ। ਤੇ ਵਿਰਲੇ ਸੰਸਾਰ ਜੀਓ। ਜਿਨ ਜਗਤਿ ਉਪਾਇਆ ਧੰਦੈ ਲਾਇਆ। ਤਿਸੈ ਵਿਟਹੁ ਕੁਰਬਾਨ ਜੀਓ। ਤਾਂ ਕਿ ਸੇਵ ਕਰੀਜੈ ਲਾਹਾ ਲੀਜੈ। ਹਰ ਦਰਗਹਿ ਪਾਈਐ ਮਾਨ ਜੀਓ। ਹਰ ਦਰਗਹਿ ਮਾਨ ਸੋਈ ਜਨ ਪਾਵੈ। ਜੋ ਨਰ ਏਕ ਪਛਾਣੈ। ਉਹ ਨਵ ਨਿਧ ਪਾਵੈ। ਗੁਰਮਤਿ ਹਰਿ ਧਿਆਵੈ। ਨਿਤ ਹਰਿ ਗੁਣ ਆਖ ਵਖਾਣੈ। ਅਹਨਿਸ ਨਾਮ ਤਿਸੈ ਕਾ ਲੀਜੈ। ਹਰ ਉਤਮ ਪੁਰਖ ਪ੍ਰਧਾਨ ਜੀਓ। ਜਿਨ ਜਗਤਿ ਉਪਾਇਆ ਧੰਦੈ ਲਾਇਆ। ਹਾਂ ਤਿਸੈ ਵਿਟਹੁ ਕੁਰਬਾਨ ਜੀਓ। ਨਾਮ ਲੈਣ ਸੇ ਸੋਹ ਹੈ। ਤਿਨ ਸੁਖ ਫਲ ਹੋਵਹਿ। ਮਾਨਹਿ ਸੇ ਜਿਨ ਜਾਹੇ ਜੀਓ। ਤਿਨ ਫਲ ਤੋਟ ਨ ਆਵੈ। ਜਾਂ ਤਿਸ ਭਾਵੈ।
ਸੇ ਜੁਗ ਕੇਤੇ ਜਾਹੇ ਜਿਉ। ਜੇ ਜੁਗ ਕੇਤੇ ਜਾਹੇ ਸੁਆਮੀ, ਤਿਨ ਫਲ ਤੋਟ ਨ ਆਵੈ। ਤਿਨ ਜਰਾ ਨ ਮਰਨਾ, ਨਰਕ ਨ ਪਰਨਾ, ਜੋ ਹਰ ਨਾਮ ਧਿਆਵੈ। ਹਰ ਹਰ ਕਰਹਿ ਸੇ ਸੂਕਹਿ ਨਾਹੀ, ਨਾਨਕ ਪੀੜ ਨਾ ਖਾਹੇ ਜਿਉ। ਨਾਮ ਲੈਣ ਸੇ ਸੋਹਹਿ, ਤਿਨ ਸੁਖ ਫਲ ਹੋਵਹਿ। ਮਾਨਹਿ ਸੇ ਜਿਣ ਜਾਹੇ ਜਿਉ। ਹਰ ਹਰ ਕਰਹਿ ਸੇ ਸੂਕਹਿ ਨਾਹੀ, ਨਾਨਕ ਪੀੜ ਨਾ ਖਾਹੇ ਜਿਉ। ਨਾਮ ਲੈਣ ਸੇ ਸੋਹਹਿ, ਤਿਨ ਸੁਖ ਫਲ ਹੋਵਹਿ। ਮਾਨਹਿ ਸੇ ਜਿਣ ਜਾਹੇ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई। गुरु का खास रूप गुरु खालसा साध संगत जियो। देन दुनिया दे मालक सर्ब सांझी वालता दे सांझे रहबर। सतगुर बाणी पुरख पुरखोत्तम, बाणी स्यों चित लावै गो। गुरबाणी सुनत मेरा मन दरव्या। मन भीना निज घर आवे गो। श्री गुरु ग्रंथ साहिब जी महाराज जी की पवित्र हजूरी च हाजरियां भर के अपने जीवन दियां घड़ियां सतगुरु जी दे लेखे ला के सफला और सकारथा कर रहे हो। आसा जी दी वार दे शब्द कीर्तन रागी ਸਿੰਘਾਂ ਦੀ रसना तो बहुत ही अदब सत्कार सहित आप जी ने सरवण कीते ਹਨ। आसा राग दे छंतां चो अमृत वेले श्री मुखवाक दी दात सानू सारिਆਂ ਨੂੰ प्राप्त होई है। आओ कुछ समय ਲਈ ਸੁਰਤੀਆਂ ਬਿਰਤੀਆਂ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਮਹੱਲਾ ਪਹਿਲਾ। ਸ਼ੰਤ ਘਰ ਦੂਜਾ। ਆਸਾ ਰਾਗ ਦੇ ਛੰਤ ਪ੍ਰਾਰੰਭ ਹੋ ਰਹੇ ਨੇ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਪਾਵਨ ਛੰਤ ਆਰੰਭਣ ਤੋਂ ਪਹਿਲਾਂ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਵਸਤੂ ਨਿਰਦੇਸ਼ ਮੰਗਲਾਚਰਨ ਕੀਤਾ ਹੈ। ਮੰਗਲਾਚਰਨ ਤਿੰਨ ਤਰ੍ਹਾਂ ਦੇ ਮੰਗਲਾਚਰਨ ਗੁਰਬਾਣੀ ਚ ਸਤਿਗੁਰੂ ਜੀ ਨੇ ਵਰਤੇ ਹਨ। ਇੱਕ ਹੈ ਵਸਤੂ ਨਿਰਦੇਸ਼ ਮੰਗਲ, दूसरा है आशीर्वादक मंगल, तीसरा है नमस्कारात्मक मंगल। एक मंगल जिहड़ा वेदांत विच मन्निया जाता है चौथा, वो है अपनी निज आत्मा का मंगल। इत्थे सतगुरु जी ने वस्तु निर्देश मंगलाचरण किया है। वस्तु निर्देश का मतलब हुंदा है कि जिस विच पार ब्रह्म परमेश्वर के स्वरूप का वर्णन किया गया भी वो कैसा है, उसकी विशेषता
ਉਹਦੇ ਗੁਣ ਕਹੇ ਗਏ ਹੋਣ, ਉਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਹਨ। ਤੋ ਇਹ ਵਸਤੂ ਨਿਰਦੇਸ਼ ਮੰਗਲਾਚਰਨ ਕਰਦਿਆਂ ਪਰਮੇਸ਼ਰ ਦੇ ਸਵਰੂਪ ਬਾਰੇ ਦੱਸਦੇ ਨੇ, ਇੱਕ ਜੋ ਅਦੁੱਤੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਸਿਧਾਂਤ ਹੈ ਉਹ ਅਦਵੈਤ ਦਾ ਸਿਧਾਂਤ ਹੈ, ਇਹ ਚੇਤੇ ਰੱਖਣਾ। ਦੋ ਤਰ੍ਹਾਂ ਦੇ ਸਿਧਾਂਤ ਹਿੰਦੁਸਤਾਨ ਵਿੱਚ ਚੱਲਦੇ ਨੇ, ਇੱਕ ਦਵੈਤ, ਇੱਕ ਅਦਵੈਤ। ਇੱਕ ਦਵੈਤ ਦਾ ਸਿਧਾਂਤ ਹੈ, ਇੱਕ ਅਦਵੈਤ ਦਾ ਸਿਧਾਂਤ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਿਧਾਂਤ ਧਾਰਨ ਕੀਤਾ ਹੈ ਉਹ ਅਦਵੈਤ ਦਾ ਹੈ। ਇੱਕ ਸ਼ਬਦ ਕਹਿਣ ਨਾਲ ਅਦਵੈਤ ਸਿੱਧ ਹੁੰਦੀ ਹੈ। ਇੱਕ ਜੋ ਅਦੁੱਤੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ, ਜ਼ਰਰੇ ਜ਼ਰਰੇ ਵਿੱਚ, ਕਣ ਕਣ ਦੇ ਵਿੱਚ ਵਿਆਪਕ ਹੈ, ਹਰ ਸ਼ੈ ਨੂੰ ਪ੍ਰਕਾਸ਼ਣ ਵਾਲਾ ਹੈ, ਜੋ ਸਭ ਦਾ ਬੀਜ ਹੈ, ਜਿਸ ਤੋਂ ਸਾਰਾ ਸੰਸਾਰ ਪੈਦਾ ਹੋਇਆ। ਸਾਰੇ ਬ੍ਰਹਿਮੰਡ ਦੀ ਉਤਪਤੀ ਜਿਸ ਓਅੰਕਾਰ ਤੋਂ ਹੋਈ ਹੈ ਉਹਨੂੰ ਕਹਿੰਦੇ ਨੇ ਓਅੰਕਾਰ। ਸਤਿਗੁਰ ਪ੍ਰਸਾਦ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਨਿਰੰਕਾਰ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਤੋ ਆਸਾ ਰਾਗ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਛੰਤ ਨੇ। ਦੂਸਰੇ ਘਰ ਸੁਰ ਤਾਲ ਵਿੱਚ ਇਹਨਾਂ ਛੰਤਾਂ ਨੂੰ ਗਾਇਨ ਕਰਨ ਦਾ ਹੁਕਮ ਹੈ। ਇਹ ਮੰਗਲਾ ਚਰਨ ਕਰਕੇ ਸਤਿਗੁਰੂ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਤੂੰ ਸਭਨੀ ਥਾਈ ਜਿੱਥੈ ਹਾਂ ਜਾਈ, ਸਾਚਾ ਸਿਰਜਨਹਾਰ ਜੀਓ। ਪੀਰ ਦਸਤਗੀਰ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਕੇ ਸਵਾਲ ਪੁੱਛਿਆ। ਕਈ ਸਵਾਲ ਪੁੱਛੇ। ਇੱਕ ਸਵਾਲ ਇਹਨੇ ਵੀ ਪੁੱਛਿਆ, ਮਹਾਰਾਜ ਜੀ ਕਿਰਪਾ ਕਰਕੇ ਦੱਸੋ ਖੁਦਾ ਕਿੱਥੇ ਰਹਿੰਦਾ? ਖੁਦਾ ਕਿੱਥੇ ਰਹਿੰਦਾ? ਤਾਂ ਸਤਿਗੁਰੂ ਜੀ ਕਹਿਣ ਲੱਗੇ, ਪੀਰ ਜੀ ਦੂਰੋਂ ਆਏ ਆ, ਚੱਲ ਕੇ ਕੁਝ ਛਕਾਓਗੇ ਨਹੀਂ? ਕਹਿਣ ਲੱਗਾ, ਜੀ ਮਾਫ ਕਰਨਾ, ਮੈਂ ਹੁਣੇ ਪ੍ਰਬੰਧ ਕਰਦਾ। ਘਰ ਗਿਆ, ਦੁੱਧ ਗਰਮ ਕਰਕੇ ਸਤਿਗੁਰਾਂ ਦੇ ਕੋਲ ਲਿਆਂਦਾ। ਮਹਾਰਾਜ ਜੀ ਦੇ ਅੱਗੇ ਦੁੱਧ ਧਰਿਆ, ਕਹਿਣ ਲੱਗਾ, ਜੀ ਲੋ ਛਕੋ। ਸਤਿਗੁਰਾਂ ਆਖਿਆ, ਪੀਰ ਜੀ ਇਹ ਦੁੱਧ ਅਸੀਂ ਨਹੀਂ ਛਕ ਸਕਦੇ, ਕਿਉਂਕਿ ਇਹਦੇ ਵਿੱਚ ਕੁਝ ਹੈ। ਉਹਨੇ ਧਿਆਨ ਨਾਲ ਦੁੱਧ ਵੇਖਿਆ, ਕਹਿਣ ਲੱਗਾ, ਜੀ ਇਹਦੇ 'ਚ ਤਾਂ ਕੁਝ ਨਹੀਂ, ਬਿਲਕੁਲ ਸਹੀ ਹੈ। ਮਹਾਰਾਜ ਜੀ ਕਹਿੰਦੇ, ਨਹੀਂ ਪੀਰ ਜੀ ਕੁਝ ਤਾਂ ਹੈ। ਫਿਰ ਕਹਿਣ ਲੱਗਾ, ਮਹਾਰਾਜ ਜੀ ਤੁਸੀਂ ਮੇਰੇ ਤੇ ਕੋਈ ਸ਼ੰਕਾ ਕਰਦੇ ਹੋ ਕਿ ਮੈਂ ਇਹਦੇ 'ਚ ਕੁਝ ਪਾਇਆ? ਮਹਾਰਾਜ ਜੀ ਮੈਂ ਤਾਂ ਆਪਣੇ ਹੱਥੀਂ ਬੜੀ ਪਵਿੱਤਰਤਾ ਨਾਲ ਇਸ ਦੁੱਧ ਨੂੰ ਗਰਮ ਕਰਕੇ ਲਿਆਇਆ, ਖਿਆਲ ਰੱਖ ਕੇ। ਮਹਾਰਾਜ ਜੀ ਕਹਿੰਦੇ, ਤੈਂ ਨਹੀਂ ਪਾਇਆ, ਪਰ ਕੁਦਰਤ ਨੇ ਇਹਦੇ 'ਚ ਕੁਝ ਪਾਇਆ, ਇਹਦੇ 'ਚ ਕੁਝ ਹੈ। ਥੋੜਾ ਜਿਹਾ ਖਿਜਿਆ ਹੋਇਆ ਪੀਰ ਕਹਿਣ ਲੱਗਾ, ਫਿਰ ਕੀ ਹੈ ਇਹਦੇ 'ਚ? ਮਹਾਰਾਜ ਜੀ ਕਹਿਣ ਲੱਗੇ, ਸਗਲ ਦੂਧ ਮੈਂ ਕੀਆ। ਇਸ ਦੁੱਧ ਵਿੱਚ ਘਿਓ ਹੈ। ਦਿਸਦਾ ਕਿਉਂ ਨਹੀਂ ਭਲਾ? ਕਹਿੰਦਾ, ਜੀ ਉਹਦੇ ਲਈ ਇਹਨੂੰ ਜਮਾਣਾ ਪਏਗਾ, ਰਿੜਕਣਾ ਪਏਗਾ, ਮੱਖਣ ਕੱਢਣਾ ਪਏਗਾ, ਫਿਰ ਉਹ ਮੱਖਣ ਗਰਮ ਕਰਨਾ ਪਏਗਾ, ਫਿਰ ਜਾ ਕੇ ਘਿਓ ਨਿਕਲਦਾ। ਮਹਾਰਾਜ ਜੀ ਕਹਿੰਦੇ, ਤੇਰੇ ਸਵਾਲ ਦਾ ਜਵਾਬ ਹੈ। ਤੂੰ ਪੁੱਛਿਆ ਸੀ ਖੁਦਾ ਕਿੱਥੇ ਰਹਿੰਦਾ? ਖੁਦਾ ਸਾਰੀਆਂ ਥਾਵਾਂ ਤੇ ਰਹਿੰਦਾ, ਪਰ ਉਹਨੂੰ ਵੇਖਣ ਵਾਸਤੇ, ਉਹਨੂੰ ਜਾਣਨੇ ਵਾਸਤੇ ਪਹਿਲਾਂ ਜਾਗ ਲਾਉਣੀ ਪੈਣੀ ਹੈ, ਰਿੜਕਣਾ ਪੈਣਾ ਹੈ, ਫਿਰ ਜਾ ਕੇ ਉਸਨੇ ਪ੍ਰਾਪਤ ਹੋਣਾ।
ਉਹ ਜਾਗ ਕਿਵੇਂ ਲੱਗਦੀ ਹੈ, ਕਿਵੇਂ ਰਿੜਕਿਆ ਜਾਂਦਾ ਹੈ? ਤਾਂ ਸਾਹਿਬ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵ, ਤਉ ਦੁਧੈ ਕੋ ਜਾਵ, ਦੂਧ ਕਰਮ ਪੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਇਹੋ ਮਨ ਏਂਟੀ ਹਾਥ, ਕਰੋ ਪੁਨ ਨੇਤਰੋ ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵ। ਕਹਿੰਦੇ ਇਦਾਂ ਇਸ ਅੰਮ੍ਰਿਤ ਦੀ ਪ੍ਰਾਪਤੀ ਹੋਣੀ ਹੈ। ਜਿਨ੍ਹਾਂ ਨੇ ਇਸ ਤਰੀਕੇ ਨਾਲ ਆਪਣੇ ਅੰਦਰੋਂ ਪਰਮੇਸ਼ਰ ਦਾ ਸਾਖਸ਼ਾਤਕਾਰ ਕਰ ਲਿਆ, ਉਹਨਾਂ ਦੀ ਇਹ ਦ੍ਰਿਸ਼ਟੀ ਬਣ ਗਈ, ਉਹਨਾਂ ਦੀ ਪ੍ਰਮਾਤਮਾ ਨੇ ਨਿਗਾਹ ਬਣਾ ਦਿੱਤੀ। ਫਿਰ ਉਹ ਕਹਿੰਦੇ ਨੇ ਤੂੰ ਸਭਨੀ ਥਾਈ, ਜਿੱਥੈ ਹੋ ਜਾਈ। ਮੈਂ ਜਿੱਥੇ ਵੀ ਜਾਂਦਾ ਹਾਂ, ਹੇ ਮੇਰੇ ਪ੍ਰਭੂ ਤੂੰ ਸਰਬ ਥਾਵਾਂ ਤੇ ਹੈ, ਸਭ ਜਗ੍ਹਾਵਾਂ ਤੇ ਹੈ। ਜਦੋਂ ਪੰਜਾਂ ਤੱਤਾਂ ਦੀ ਗੱਲ ਕਰੀਏ ਤੇ ਪਹਿਲਾਂ ਇਹ ਧਰਤੀ ਹੈ। ਧਰਤੀ ਸਥੂਲ ਹੈ, ਕਿਸੇ ਕੱਪੜੇ ਦੇ ਵਿੱਚ ਇਹਦੀ ਮਿੱਟੀ ਨੂੰ ਇਕੱਠਾ ਕਰਕੇ ਰੱਖਿਆ ਜਾ ਸਕਦਾ ਹੈ, ਪਰ ਧਰਤੀ ਨਾਲੋਂ ਸੂਖਸ਼ਮ ਹੈ ਜਲ। ਜਲ ਨੂੰ ਤੁਸੀਂ ਕੱਪੜੇ 'ਚ ਇਕੱਠਾ ਨਹੀਂ ਕਰ ਸਕਦੇ, ਔਰ ਸੂਖਮ ਹੋਣ ਕਰਕੇ ਧਰਤੀ ਨਾਲੋਂ ਜਲ ਵੱਧ ਹੈ। ਧਰਤੀ ਨਾਲੋਂ ਕਈ ਗੁਣਾ ਵੱਧ ਜਲ ਹੈ, ਕਿਉਂਕਿ ਉਹਦੇ ਨਾਲੋਂ ਸੂਖਮ ਵੀ ਹੈ। ਜਿੰਨੀ ਸੂਖਮ ਹੋਵੇਗੀ ਕੋਈ ਵਸਤੂ, ਓਨੀ ਉਹ ਸਥੂਲ ਤੋਂ ਵੱਧ ਹੋਵੇਗੀ। ਜਲ ਸੂਖਮ ਹੈ ਧਰਤੀ ਨਾਲੋਂ, ਇਹਨੂੰ ਤੁਸੀਂ ਕੱਪੜੇ 'ਚ ਇਕੱਠਾ ਨਹੀਂ ਕਰ ਸਕਦੇ, ਪਰ ਇਸ ਜਲ ਨੂੰ ਤੁਸੀਂ ਘੜੇ ਵਿੱਚ ਇਕੱਠਾ ਕਰਕੇ ਰੱਖ ਸਕਦੇ ਹੋ। ਜਲ ਨਾਲੋਂ ਸੂਖਮ ਹੈ ਅਗਨੀ, ਕਿਉਂਕਿ ਅਗਨੀ ਤੁਸੀਂ ਘੜੇ ਵਿੱਚ ਵੀ ਇਕੱਠੀ ਕਰਕੇ ਨਹੀਂ ਰੱਖ ਸਕਦੇ। ਔਰ ਜਲ ਨਾਲੋਂ ਕਈ ਗੁਣਾ ਵੱਧ ਹੈ ਅਗਨੀ। ਸੂਖਮ ਹੈ ਪਰ ਉਹਦੇ ਨਾਲੋਂ ਵੱਧ ਹੈ, ਉਹਦਾ ਵਿਸਥਾਰ ਵੱਧ ਹੈ, ਕਿਉਂਕਿ ਜਲ ਕਰਕੇ ਹੀ, ਅਗਨੀ ਕਰਕੇ ਹੀ ਜਲ ਉਤਪੰਨ ਹੋ ਜਾਂਦਾ ਹੈ। ਸਰੀਰ 'ਚ ਗਰਮੀ ਵਧੇ, ਪਸੀਨਾ ਆਉਂਦਾ ਜਲ ਦੇ ਰੂਪ ਵਿੱਚ। ਅਗਨੀ ਜਲ ਨਾਲੋਂ ਵੀ ਸੂਖਸ਼ਮ ਹੈ। ਅਗਨੀ ਦੇ ਅੰਗਾਰਾਂ ਨੂੰ ਤੁਸੀਂ ਕਿਸੇ ਲੋਹੇ ਦੇ ਬਰਤਨ 'ਚ ਰੱਖ ਸਕਦੇ ਹੋ, ਪਰ ਅਗਨੀ ਨਾਲੋਂ ਵੱਧ ਸੂਖਸ਼ਮ ਹੈ ਹਵਾ, ਜਿਹਨੂੰ ਤੁਸੀਂ ਕਿਸੇ ਵੀ ਭਾਂਡੇ 'ਚ ਇਕੱਠਾ ਕਰਕੇ ਨਹੀਂ ਰੱਖ ਸਕਦੇ, ਉਹਨੂੰ ਤੁਸੀਂ ਅੱਖਾਂ ਨਾਲ ਵੇਖ ਵੀ ਨਹੀਂ ਸਕਦੇ। ਔਰ ਅਗਨੀ ਨਾਲੋਂ ਸੂਖਮ ਹੋਣ ਕਰਕੇ ਹਵਾ ਬਹੁਤ ਜ਼ਿਆਦਾ ਵਿਸਥਾਰ ਵਿੱਚ ਹੈ, ਕਿਉਂਕਿ ਜੇ ਹਵਾ ਨਾ ਹੋਵੇ ਤੇ ਅਗਨੀ ਨਹੀਂ ਹੋ ਸਕਦੀ। ਹਵਾ ਕਰਕੇ ਹੀ ਅਗਨੀ। ਹਵਾ ਅਗਨੀ ਨਾਲੋਂ ਵੀ ਵੱਧ, ਉਹਦਾ ਵਿਸਥਾਰ ਪੂਰੇ ਪੁਲਾੜ ਦੇ ਵਿੱਚ ਹੈ, ਪੂਰੀ ਥਾਵਾਂ ਤੇ। ਇਹਨੂੰ ਤੁਸੀਂ ਅੱਖਾਂ ਨਾਲ ਨਹੀਂ ਵੇਖ ਸਕਦੇ, ਕਿਉਂਕਿ ਅਗਨੀ ਨੂੰ ਤੁਸੀਂ ਵੇਖ ਸਕਦੇ ਹੋ ਅੱਖਾਂ ਨਾਲ, ਪਰ ਇਹਨੂੰ ਅੱਖਾਂ ਨਾਲ ਵੇਖ ਵੀ ਨਹੀਂ ਸਕਦੇ, ਇਤਨੀ ਸੂਖਸ਼ਮ ਹੈ ਹਵਾ। ਤੁਸੀਂ ਅੱਖਾਂ ਨਾਲ ਤਾਂ ਨਹੀਂ ਵੇਖ ਸਕਦੇ ਹਵਾ ਨੂੰ, ਪਰ ਚਮੜੀ ਨਾਲ ਸਪਰਸ਼ ਕਰ ਸਕਦੇ ਹੋ ਵੀ ਇਸ ਵੇਲੇ ਹਵਾ ਠੰਡੀ ਹੈ ਜਾਂ ਗਰਮ ਹੈ, ਮਹਿਸੂਸ ਕਰ ਸਕਦੇ ਹੋ। ਇਸ ਕਰਕੇ ਹਵਾ ਨਾਲੋਂ ਵੀ ਵੱਧ ਸੂਖਸ਼ਮ ਹੈ ਆਕਾਸ਼। ਪੰਜਵਾਂ ਤੱਤ ਆਕਾਸ਼, ਉਹ ਹਵਾ ਨਾਲੋਂ ਵੀ ਵੱਧ ਸੂਖਸ਼ਮ ਹੈ। ਇਤਨਾ ਸੂਖਸ਼ਮ ਕਿ ਤੁਸੀਂ ਇਹਨੂੰ ਚਮੜੀ ਨਾਲ ਸਪਰਸ਼ ਵੀ ਨਹੀਂ ਕਰ ਸਕਦੇ। ਹਵਾ ਤੁਹਾਡੀ ਚਮੜੀ ਨੂੰ ਛੂਹੇ ਪਤਾ ਲੱਗਦਾ ਵੀ ਹਵਾ ਆ ਰਹੀ ਹੈ, ਹਵਾ ਚੱਲ ਰਹੀ ਹੈ। ਆਕਾਸ਼ ਸਾਡੀ ਚਮੜੀ ਨੂੰ ਛੂਹੀ ਵੀ ਜਾਏ, ਸਾਨੂੰ ਇਹਦਾ ਬੋਧ ਨਹੀਂ ਹੈ, ਇਤਨਾ ਸੂਖਸ਼ਮ ਹੈ। ਔਰ ਹਵਾ ਨਾਲੋਂ ਆਕਾਸ਼ ਸੂਖਸ਼ਮ ਹੋਣ ਕਰਕੇ ਇਹਦੇ ਨਾਲੋਂ ਇਹਦਾ ਵੱਧ ਵਿਸਥਾਰ ਹੈ ਆਕਾਸ਼ ਦਾ।
ਹਵਾ ਕੁਝ ਥਾਵਾਂ ਐਸੀਆਂ ਨੇ ਆਕਾਸ਼ ਵਿੱਚ ਜਿੱਥੇ ਜਾ ਕੇ ਹਵਾ ਨਹੀਂ ਰਹਿ ਜਾਂਦੀ, ਕੇਵਲ ਆਕਾਸ਼ ਹੀ ਆਕਾਸ਼। ਆਕਾਸ਼ ਦਾ ਵਿਸਥਾਰ ਵੱਧ ਹੈ। ਆਕਾਸ਼ ਸੂਖਸ਼ਮ ਹੈ, ਹਵਾ ਨਾਲੋਂ ਵੀ। ਤੁਸੀਂ ਇਹਨੂੰ ਚਮੜੀ ਨਾਲ ਜਾਂ ਇੰਦਰੀਆਂ ਨਾਲ ਗ੍ਰਹਿਣ ਨਹੀਂ ਕਰ ਸਕਦੇ, ਪਰ ਹਾਂ ਮਨ ਕਰਕੇ ਮਹਿਸੂਸ ਕਰ ਸਕਦੇ ਹੋ ਕਿ ਆਹ ਆਲੇ ਦੁਆਲੇ ਜਿਹੜੀ ਖਾਲੀ ਜਗ੍ਹਾ ਇਹ ਆਕਾਸ਼ ਹੈ। ਪਰਮਾਤਮਾ ਆਕਾਸ਼ ਨਾਲੋਂ ਵੀ ਵੱਧ ਸੂਖਸ਼ਮ ਹੈ, ਜਿਸ ਨੂੰ ਤੁਸੀਂ ਮਨ ਕਰਕੇ ਵੀ ਅਨੁਭਵ ਨਹੀਂ ਕਰ ਸਕਦੇ, ਗ੍ਰਹਿਣ ਨਹੀਂ ਕਰ ਸਕਦੇ। ਤੇ ਆਕਾਸ਼ ਨਾਲੋਂ ਵੱਧ ਸੂਖਸ਼ਮ ਹੋਣ ਕਰਕੇ ਉਹ ਆਕਾਸ਼ ਨਾਲੋਂ ਵੀ ਜ਼ਿਆਦਾ ਵਿਆਪਕ ਹੈ ਔਰ ਸਰਬ ਥਾਵਾਂ ਤੇ ਹੈ। ਕੋਈ ਸ਼ੈ ਜਿਤਨੀ ਸੂਖਸ਼ਮ ਹੁੰਦੀ ਚਲੀ ਜਾਂਦੀ ਹੈ, ਉਹਦਾ ਵਿਸਥਾਰ ਉਤਨਾ ਹੀ ਵੱਧਦਾ ਚਲਿਆ ਜਾਂਦਾ ਹੈ। तो अकाल पुरख सूक्ष्म तो सूक्ष्म है, सूक्ष्म ते सूक्ष्म कर चीनो, सूक्ष्म तो सूक्ष्म। जितना सूक्ष्म होया फिर वो सर्व थाई व्यापक होया। इस करके कह रहे ने तू सबनी थाई जिथे हो जाई। मैं जिथे भी जाता हाँ तू सर्व थावां ते है, सर्व जगहां ते है। साचा सिरजनहार जियो, तू सच्चा है और सारे जगत नू सिरजण वाला है। तेरे वर्गा कोई दूसरा सिरजनहार नहीं है, तू ही सारे जगत का सिरजनहार करता है। सबना का दाता कर्म विदाता, दुख विसारन हार जियो। संसार दे समस्त जीवां दा दाता है, सब नू दातां दे के नवाजदा है। जे कहो कि वो सारे संसार दे जीवां दा दाता है, फिर सारियां नू इक्को जिहा क्यों नहीं दे रहा? इक्को जिहा क्यों नहीं दे रहा? फिर की वो दवंज रखदा कि किसे नू तां बड़े सोहणे महल दिते ने रहण नू, ते किसे दे सिर ते पराली भी नहीं है। किसे नू खाण लई 36 प्रकार दे भोजन दिते ने, ते किसे लई रुखी रोटी भी नहीं। किसे नू सवण लई सोने दे पलंगे दिते हुए ने, ते किसे कोल पैण वास्ते थल्ले जमीन ते बिछाउण लई दब भी नहीं। काहू दीने पाट पटंबर, काहू पलंग निवारा, काहू गरी गोदरी नाही, काहू खान परारा। ये किहो जी खेड है कि पार ब्रह्म परमेश्वर ने, अकाल पुरख ने द्वंद रखिया है? नहीं, वो दे रहा है केवल लैण वाले आपो अपने कीते कर्मां मुताबक लै रहे ने, आपो अपने कीते कर्मां मुताबक। कुम्हार है एक जो माटी गूंदी, एक कुम्हार जदों मिट्टी तो घड़े बनाउंदा सारे इक्को जे बनाउंदा। किसे घड़े विच मोती पा के रखे जांदे ने, किसे च पानी पा के रखिया जांदा, ते किसे च खे पा के रखी जांदी है। पार ब्रह्म परमेश्वर ने सब मनुख पैदा कीते पंजां तत्तां तो, किसे नाल वितकरा नहीं रखिया कि एक अद्धे मनुख नूं 4 तत्तां नाल बना दिता होवे, ते एक नूं 5 नाल, ते एक नूं 3 नाल। बनाए सब 5 तत्तां तो ने, पर जीव दे अपने कीते कर्मां मुताबक सब नूं दान प्राप्त हो रहा है। एक महात्मा कहण लगे अपने शिष्य नूं, कहंदे तैनूं मैं 10,000 रुपया दे दियां? वो कहंदा जी नहीं। चल 10 नहीं तो 5 लै लै। कहंदा 5 भी नहीं। वो कहंदा 5 नहीं तो 2 लै लै। कहंदा नहीं 2 भी नहीं। 1000 लै लै। कहंदा नहीं। 500 तो लै लै।
ਕਹਿੰਦਾ 500 ਵੀ ਨਹੀਂ, 100 ਲੈ ਲੈ। ਕਹਿੰਦਾ ਚਲੋ 100 ਰੁਪਈਆ ਦੇ ਦਿਓ। ਉਹ ਕਹਿੰਦੇ ਤੂੰ 10,000 ਛੱਡ ਕੇ 100 ਕਿਉਂ ਲੈਣਾ? ਕਹਿੰਦਾ ਮੇਰੀ ਔਕਾਤ ਹੀ 100 ਰੁਪਈਆ ਲੈਣ ਦੀ ਹੈ, 10,000 ਵਾਲੀ ਹੈ ਹੀ ਨਹੀਂ। ਮੈਂ ਔਕਾਤ ਹੀ ਇੰਨੀ ਰੱਖਦਾ ਕਿ 100 ਰੁਪਈਆ ਮਿਲੇ। ਦਾਤੇ ਨੇ ਤਾਂ ਬੇਅੰਤ ਭੰਡਾਰੇ ਖੋਲੇ ਨੇ, ਔਕਾਤ ਸਾਡੀ ਹੈ ਕਿ ਅਸੀਂ ਔਕਾਤ ਕਿੰਨੀ ਕੁ ਰੱਖਦੇ ਹਾਂ ਲੈਣ ਵਾਲੀ। ਉਹਦੇ ਕੋਲ ਕੋਈ ਕਮੀ ਨਹੀਂ ਹੈ, ਉਹਦੇ ਤਾਂ ਭੰਡਾਰੇ ਲਬਾ ਲਬ ਭਰੇ ਪਏ ਨੇ, ਸਾਰੇ ਸੰਸਾਰ ਨੂੰ ਦੇ ਰਿਹਾ। ਸਾਡੀ ਔਕਾਤ ਕਿੰਨੀ ਹੈ ਕਿ ਅਸੀਂ ਕਿੰਨਾ ਕੁ ਲੈ ਸਕਦੇ ਹਾਂ, ਕਿੰਨਾ ਕੁ ਹਜਮ ਕਰ ਸਕਦੇ ਹਾਂ। ਸਾਡੇ ਕੋਲ ਭਾਂਡਾ ਕਿੰਨਾ ਕੁ ਹੈ, ਅਸੀਂ ਉਹਦੇ ਵਿੱਚ ਕਿੰਨੀ ਕੁ ਵਸਤੂ ਪਾ ਸਕਦੇ ਹਾਂ। ਉਹਦੇ ਕੋਲ ਕੋਈ ਕਮੀ ਨਹੀਂ। ਉਹ ਸੰਸਾਰ ਦੇ ਸਭਨਾ ਜੀਆਂ ਨੂੰ ਦਾਤਾਂ ਦੇਣ ਵਾਲਾ ਸਭਨਾ ਦਾ ਦਾਤਾ ਹੈ ਔਰ ਕਰਮ ਵਿਧਾਤਾ ਹੈ। ਜੈਸੇ ਜੈਸੇ ਜੀਵਾਂ ਨੇ ਕਰਮ ਕੀਤੇ ਹੈ, ਉਹਨਾਂ ਕਰਮਾਂ ਦੇ ਮੁਤਾਬਕ ਜੀਵਾਂ ਨੂੰ ਵਿਧੀ ਪੂਰਵਕ ਢੰਗ ਨਾਲ ਦਾਨ ਦੇਣ ਵਾਲਾ ਹੈ। ਦੁੱਖ ਵਿਸਾਰਣਹਾਰ ਜੀਓ, ਉਹ ਐਸਾ ਹੈ ਕਿ ਸਾਡੇ ਸਾਰੇ ਦੁੱਖਾਂ ਨੂੰ ਵਿਸਾਰਨ ਦੀ ਸਮਰੱਥਾ ਰੱਖਦਾ ਹੈ, ਸਾਡੇ ਸਾਰੇ ਦੁੱਖਾਂ ਨੂੰ ਦੂਰ ਕਰਨ ਦੀ ਤਾਕਤ ਰੱਖਦਾ ਹੈ। ਉਹ ਸਾਡੇ ਦੁੱਖਾਂ ਨੂੰ ਦੂਰ ਕਰਨ ਵਾਲਾ, ਸਾਡੇ ਦੁੱਖਾਂ ਨੂੰ ਵਿਸਾਰਨੇ ਵਾਲਾ ਹੈ। ਹਾਂਜੀ। ਦੁਖ ਵਿਸਾਰਨਹਾਰ ਸੁਆਮੀ, ਕੀਤਾ ਜਾ ਕਾ ਹੋਵੈ। ਦੁੱਖਾਂ ਨੂੰ ਵਿਸਾਰਨੇ ਵਾਲਾ ਹੈ ਉਹ ਸੁਆਮੀ, ਜਿਸ ਦਾ ਕੀਤਾ ਹੋਇਆ ਇਹ ਸਾਰਾ ਕੁਝ ਹੋ ਰਿਹਾ ਹੈ। ਕੀਤਾ ਜਾ ਕਾ ਹੋਵੈ, ਜਿਸ ਦਾ ਕੀਤਾ ਹੋਇਆ ਇਹ ਸਾਰਾ ਸੰਸਾਰ ਹੋਇਆ ਤੇ ਹੋ ਰਿਹਾ ਜਿਸ ਦੇ ਕੀਤਿਆਂ, ਤੇ ਆਉਣ ਵਾਲਾ ਸਮਾਂ ਜਿਹੜਾ ਆਉਣਾ ਉਹਦੇ ਵਿੱਚ ਵੀ ਉਹੀ ਹੋਣਾ ਜੋ ਉਸਨੇ ਕਰਨਾ। ਹਾਂਜੀ। ਕੋਟ ਕੋਟੰਤਰ ਪਾਪਾਂ ਕੇਰੇ, ਏਕ ਘੜੀ ਮਹਿ ਖੋਵੈ। ਕਰੋੜਾਂ ਤੋਂ ਕਰੋੜਾਂ ਪਾਪ ਸਾਡੇ ਕੀਤੇ ਹੋਏ ਨੇ, ਉਹਨਾਂ ਕਰੋੜਾਂ ਪਾਪਾਂ ਨੂੰ ਪਰਮੇਸ਼ਰ ਦਾ ਭਜਨ, ਇੱਕ ਘੜੀ ਮਾਤਰ ਕੀਤਾ ਵੀ ਭਜਨ ਸਾਡੇ ਕਰੋੜਾਂ ਪਾਪਾਂ ਨੂੰ ਖੋਹ ਦਿੰਦਾ ਹੈ, ਸਾਡੇ ਕਰੋੜਾਂ ਪਾਪਾਂ ਦਾ ਨਾਸ਼ ਕਰਕੇ ਤਿਸ ਨੂੰ ਦਗਧ ਕਰਕੇ ਸਵਾਹ ਕਰ ਦਿੰਦਾ ਹੈ। ਪਰਮੇਸ਼ਰ ਦਾ ਨਾਮ ਸਾਡੇ ਕਰੋੜਾਂ ਪਾਪਾਂ ਨੂੰ ਘੜੀ ਮਾਤਰ ਦੇ ਸਿਮਰਨੇ ਨਾਲ ਹੀ, ਅਕਾਲ ਪੁਰਖ ਜੀ ਦੇ ਜਾਪ ਨਾਲ ਸਾਰੇ ਕੀਤੇ ਹੋਏ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਹੰਸ ਸੇ ਹੰਸਾ, ਬੱਗ ਸੇ ਬੱਗਾ, ਘਾਟ ਘਾਟ ਕਰੇ ਵਿਚਾਰ ਜੀਓ। ਕਿਤਨੇ ਸੰਸਾਰ ਦੇ ਜੀਵ ਨੇ ਘਟ ਘਟ ਦੀ ਉਹ ਵਿਚਾਰ ਕਰਦਾ, ਸਭ ਦੇ ਅੰਦਰ ਨੂੰ ਜਾਣਦਾ, ਸਭ ਦੇ ਘਟ ਦੀ ਵਿਚਾਰ ਕਰਕੇ ਉਹ ਜਾਣਦਾ ਹੈ ਕਿਹੜੇ ਹੰਸ ਨੇ ਤੇ ਕਿਹੜੇ ਬਗਲੇ ਹੈ। ਕਿਹੜੇ ਹੰਸਾਂ ਵਿੱਚ ਹੰਸ ਨੇ ਜਿਹੜੇ ਸ੍ਰੇਸ਼ਟ ਵਿਚਾਰ ਨੂੰ ਧਾਰਨ ਕਰਦੇ ਨੇ, ਕਿਹੜੇ ਬਗਲਿਆਂ ਵਿੱਚੋਂ ਵੀ ਬਗਲੇ ਕਾਂ ਵਾਂਗੂ ਨੀਚ ਨੇ ਜਿਹੜੇ ਨਖਿੱਧ ਵਿਚਾਰਾਂ ਨੂੰ ਆਪਣੇ ਅੰਦਰ ਧਾਰਨ ਕਰਦੇ ਆ। ਉਹਦੇ ਅੱਗੇ ਕਹਿਣ ਦੀ ਲੋੜ ਨਹੀਂ ਕਿ ਜੀ ਇਹ ਹੰਸ ਹੈ ਤੇ ਬਗਲ ਹੈ। ਉਹਨੂੰ ਪਤਾ ਕਿ ਹੰਸਾਂ ਵਿੱਚ ਹੰਸ ਕਿਹੜਾ ਤੇ ਬਗਲਿਆਂ 'ਚ ਬਗਲਾ ਕਿਹੜਾ, ਕੱਲੇ ਕੱਲੇ ਦੀ ਵਿਚਾਰ ਕਰਦਾ। ਉਹ ਕਹਾਵਤ ਨਹੀਂ, ਜਿਵੇਂ ਜਿਹਦੇ ਬਾਰੇ ਕੋਈ ਬੰਦਾ ਚੰਗੀ ਤਰ੍ਹਾਂ ਜਾਣਦਾ ਹੋਵੇ ਤੇ ਉਹਦੇ ਬਾਰੇ ਕਹਾਵਤ ਕਹਿੰਦਾ, ਉਹ ਕਹਿੰਦਾ ਮੈਂ ਫਲਾਣੇ ਨੂੰ ਚੰਗੀ ਤਰ੍ਹਾਂ ਜਾਣਦਾ, ਘਰ ਦੇ ਵੱਛੇ ਦੇ ਦੰਦ ਗਿਣੇ ਹੁੰਦੇ। ਕਹਿ ਦਿੰਦੇ ਨਾ ਆਪਣੀ ਕਹਾਵਤ ਕਿ ਘਰ ਦੇ ਵੱਛੇ ਦੇ ਦੰਦ ਗਿਣੇ ਹੁੰਦੇ ਆ। ਪਤਾ ਨਹੀਂ ਵੀ ਉਹਦੇ ਮੂੰਹ 'ਚ ਕਿੰਨੇ ਦੰਦ ਹੈ, ਕਿੰਨੀ ਉਮਰ ਦਾ ਹੈ। ਪਰਮਾਤਮਾ ਅਕਾਲ ਪੁਰਖ ਸਾਰਿਆਂ ਦੇ ਬਾਰੇ ਜਾਣਦਾ ਵੀ ਕਿਹੜਾ ਬਗਲ ਹੈ ਤੇ ਕਿਹੜਾ ਹੰਸ ਹੈ। ਬਾਹਰੋਂ ਅਸੀਂ ਹੰਸ ਬਣ ਕੇ ਹੋਈਏ, ਅੰਦਰੋਂ ਬਗਲੇ, ਤੇ ਹੰਸ ਬਣ ਕੇ ਜਿੰਨਾ ਮਰਜ਼ੀ ਵਿਖਾਈ ਜਾਈਏ ਕਿ ਅਸੀਂ ਹੰਸ ਹਾਂ ਜੀ, ਅਸੀਂ ਤਾਂ ਬੜੇ ਚੰਗੇ ਹਾਂ ਜੀ, ਪਰ ਪਾਰ ਬ੍ਰਹਮ ਪਰਮੇਸ਼ਰ ਦੀ ਦ੍ਰਿਸ਼ਟੀ ਤਾਂ ਪਰਖਦੀ ਹੈ ਨਾ।
ਅਕਾਲ ਪੁਰਖ ਦੀ ਨਿਗਾਹ ਤਾਂ ਜਾਣਦੀ ਹੈ ਨਾ ਵੀ ਕਿਹੜਾ ਹੰਸ ਹੈ ਤੇ ਕਿਹੜਾ ਬਗਲ ਹੈ, ਉਹ ਸਭ ਬਾਰੇ ਜਾਣਦਾ ਹੈ। ਤੂੰ ਸਭਨੀ ਥਾਈ ਜਿੱਥੈ ਹਾਂ ਜਾਈ, ਸਾਚਾ ਸਿਰਜਨਹਾਰ ਜੀਉ। ਏ ਪ੍ਰਭੂ ਤੂੰ ਸਭਨਾ ਥਾਵਾਂ ਤੇ ਹੈ, ਮੈਂ ਜਿੱਥੇ ਵੀ ਜਾਂਦਾ ਹਾਂ ਉੱਥੇ ਹੀ ਤੂੰ ਹਾਜ਼ਰ ਹੈ। ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ। ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ। ਏ ਪ੍ਰਭੂ ਮੈਂ ਜਿੱਥੇ ਜਾਂਦਾ ਹਾਂ ਤੂੰ ਉੱਥੇ ਹੀ ਹਾਜ਼ਰ ਹੈ। ਪਰ ਹੇ ਦਾਤਾ ਜੀ ਤੁਸੀਂ ਸਿਰਜਣਹਾਰ ਹੋ, ਸਾਰੇ ਜਗਤ ਨੂੰ ਪੈਦਾ ਕਰਨ ਵਾਲੇ ਹੋ, ਬਣਾਉਣ ਵਾਲੇ ਹੋ। ਜਿਨ ਇੱਕ ਮਨ ਧਿਆਇਆ, ਤਿਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਉ। ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਇੱਕ ਮਨ ਕਰਕੇ ਧਿਆਇਆ, ਤਿਨਾਂ ਨੇ ਆਤਮਿਕ ਸੁਖ ਦੀ ਪ੍ਰਾਪਤੀ ਕੀਤੀ ਹੈ। ਤੇ ਜਿਹੜੇ ਇੱਕ ਮਨ ਹੋ ਕੇ ਪਰਮੇਸ਼ਰ ਨੂੰ ਧਿਆਉਂਦੇ ਐ, ਆਤਮਿਕ ਸੁਖ ਨੂੰ ਪ੍ਰਾਪਤ ਕਰਦੇ ਐ। ਮਹਾਰਾਜ ਜੀ ਕਹਿੰਦੇ ਉਹ ਇਸ ਸੰਸਾਰ 'ਚ ਵਿਰਲੇ ਨੇ, ਤੇ ਵਿਰਲੇ ਸੰਸਾਰ ਜੀਓ। ਉਹ ਇਸ ਸੰਸਾਰ 'ਚ ਵਿਰਲੇ ਨੇ, ਹੈਣ ਵਿਰਲੇ ਨਾਹੀਂ ਕਣੇ। ਜਿਹੜਾ ਤਤ ਹੁੰਦਾ ਨਾ, ਤਤ ਉਹ ਥੋੜਾ ਹੀ ਹੁੰਦਾ। ਲੱਸੀ ਦਾ ਘੜਾ ਭਰਿਆ ਹੁੰਦਾ, ਵਿੱਚੋਂ ਮੱਖਣ ਥੋੜਾ ਹੀ ਨਿਕਲਦਾ, ਤਤ ਥੋੜਾ ਹੀ ਹੋਵੇਗਾ। ਮੱਖਣ ਚੋਂ ਫਿਰ ਅੱਗੇ ਘਿਓ ਕੱਢਣਾ ਤੇ ਫਿਰ ਉਹਦੇ ਵਿੱਚ ਹੋਰ ਥੋੜਾ ਹੋ ਜਾਂਦਾ, ਕਿਉਂਕਿ ਜਿਵੇਂ ਜਿਵੇਂ ਤਤ ਹੁੰਦਾ ਚਲਾ ਜਾਏਗਾ ਤਿਵੇਂ ਤਿਵੇਂ ਉਹਦੀ ਜਿਹੜੀ ਬਹੁਲਤਾ ਹੈ ਉਹ ਘਟਦੀ ਚਲੀ ਜਾਏਗੀ, ਉਹ ਵੱਧ ਨਹੀਂ ਹੋਵੇਗਾ। ਪਰ ਜਿੰਨਾ ਥੋੜਾ ਹੋਵੇਗਾ ਉਨਾ ਹੀ ਕੀਮਤੀ ਹੁੰਦਾ ਚਲਾ ਜਾਏਗਾ, ਔਰ ਉਤਨੀ ਉਹਦੀ ਵਡਿਆਈ, ਉਹਦੀ ਖਾਸੀਅਤ, ਉਹਦੀ ਖੂਬੀ ਉਤਨੀ ਉਜਾਗਰ ਹੁੰਦੀ ਚਲੀ ਜਾਏਗੀ। ਇਹ ਸੰਸਾਰ ਦੇ ਵਿੱਚ ਜਿਹੜਾ ਤੱਤ ਹੈ ਨਾ, ਪਰਮੇਸ਼ਰ ਦੇ ਭਜਨ ਕਰਨ ਵਾਲੇ ਉਹ ਥੋੜੇ ਹੈ, ਬਿਲਕੁਲ ਵਿਰਲੇ। ਤੇ ਜਿੰਨੇ ਵਿਰਲੇ ਨੇ ਉਹਨਾਂ ਦਾ ਪ੍ਰਤਾਪ ਉਨਾ ਹੀ ਸੰਸਾਰ 'ਚ ਉਜਾਗਰ ਹੁੰਦਾ। ਜਿੰਨੇ ਵਿਰਲੇ ਉਹਨਾਂ ਦੀ ਮਹਿਮਾ ਉਤਨੀ ਉਜਾਗਰ। ਬਨਾਰਸ ਵਿੱਚ ਕਬੀਰ ਜੀ ਦੇ ਸਮਕਾਲੀ ਹੋਰ ਵੀ ਬਹੁਤ ਹੋਣਗੇ ਜਿਹੜੇ ਉੱਥੇ ਰਹਿੰਦੇ ਹੋਣਗੇ। ਵੱਡੇ ਵੱਡੇ ਰਾਜੇ ਵੀ ਸੀ, ਰਾਣੇ ਵੀ ਸੀ, ਸ਼ਾਹੂਕਾਰ ਵੀ ਸੀ, ਜਿਨ੍ਹਾਂ ਦੀ ਉਦੋਂ ਤੂਤੀ ਬੋਲਦੀ ਹੋਵੇਗੀ, ਨਾਮ ਦੀ ਸੋਭਾ ਹੋਵੇਗੀ। ਪਰ ਕਬੀਰ ਜੀ ਦੀ ਜਿਤਨੀ ਸੋਭਾ ਸੰਸਾਰ 'ਚ ਉਜਾਗਰ ਹੋਈ, ਉਹਨਾਂ ਵਿੱਚੋਂ ਹੋਰ ਕਿਸੇ ਦੀ ਨਜ਼ਰ ਨਹੀਂ ਆਉਂਦੀ। ਇਹਦਾ ਕਾਰਨ ਹੈ ਕਿ ਤਤ ਦੀ ਸੋਭਾ ਹੁੰਦੀ। ਜੋ ਤਤ ਹੈ ਉਹ ਸੰਸਾਰ 'ਚ ਉਜਾਗਰ ਹੁੰਦਾ। ਕਹਿ ਦਿੰਦੇ ਆ ਕਿ ਪੰਥ ਦੀ ਗਿਣਤੀ, ਸਿੱਖਾਂ ਦੀ ਗਿਣਤੀ ਪੂਰੇ ਸੰਸਾਰ ਭਰ ਦੇ ਵਿੱਚ ਵੇਖੀਏ ਤਾਂ ਸਾਰੇ ਸੰਸਾਰ ਦੇ ਧਰਮਾਂ ਵਿੱਚੋਂ, ਸਾਰੇ ਸੰਸਾਰ ਦੇ ਲੋਕਾਂ ਵਿੱਚੋਂ ਸਾਡੀ ਗਿਣਤੀ ਘੱਟ ਹੈ। ਪਰ ਚੇਤੇ ਰੱਖਿਓ ਤਤ ਘੱਟ ਹੀ ਹੁੰਦਾ ਹੈ। ਦੁਸ਼ਮਣ ਕਹਿੰਦਾ ਸੀ ਉਹ ਤੁਸੀਂ ਲੂਣ ਵਾਂਗੂ ਹੋ, ਅਸੀਂ ਆਟਾ। ਤੇ ਸਿੰਘਾਂ ਦਾ ਜਵਾਬ ਹੁੰਦਾ ਸੀ ਠੀਕ ਹੈ, ਅਸੀਂ ਲੂਣ ਵਾਂਗੂ, ਆਟੇ ਵਿੱਚ ਜਿਵੇਂ ਲੂਣ ਪਿਆ ਹੋਵੇ ਪਤਾ ਨਹੀਂ ਲੱਗਦਾ ਵੀ ਹੈ ਵੀ ਕਿ ਨਹੀਂ। ਕਹਿੰਦੇ ਹੋ ਤੁਸੀਂ ਆਟੇ 'ਚ ਲੂਣ ਵਾਂਗੂ, ਸਾਡੀ ਗਿਣਤੀ ਕਿੰਨੀ, ਤੁਹਾਡੀ ਕਿੰਨੀ। ਤੇ ਸਿੰਘ ਕਹਿੰਦੇ ਲੂਣ ਥੋੜਾ ਵੀ ਹੋਵੇ ਪਰ ਮਣਾ ਮੂੰਹ ਆਟੇ ਦਾ ਸਵਾਦ ਬਦਲ ਕੇ ਰੱਖ ਦਿੰਦਾ। ਭਾਵੇਂ ਅਸੀਂ ਥੋੜੇ ਹਾਂ ਪਰ ਆਓ ਮੈਦਾਨੇ ਜੰਗ ਵਿੱਚ ਜੇ ਤੁਹਾਡੇ ਮੂੰਹ ਮੋੜ ਕੇ ਨਾ ਰੱਖ ਦਿੱਤੇ
ਤਾਂ ਆਖਿਓ ਕਿ ਅਸੀਂ ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਨਹੀਂ। ਤਤ ਥੋੜਾ ਹੁੰਦਾ ਹੈ। ਇੱਥੇ ਸਾਹਿਬ ਕਹਿ ਰਹੇ ਨੇ ਤੇ ਵਿਰਲੇ ਸੰਸਾਰ ਜੀਓ। ਉਹ ਵਿਰਲੇ ਨੇ ਸੰਸਾਰ ਵਿੱਚ, ਹੈਣ ਵਿਰਲੇ ਨਾਹੀਂ ਘਣੇ। ਵਿਰਲੇ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਆਤਮਿਕ ਸੁਖ ਪ੍ਰਾਪਤ ਕੀਤਾ, ਉਹ ਇਹ ਸੰਸਾਰ 'ਚ ਵਿਰਲੇ ਨੇ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ, ਉਹ ਵਿਰਲੇ ਹਨ। ਤਿੰਨ ਜਮ ਨੇੜ ਨਾ ਆਵੈ, ਗੁਰ ਸ਼ਬਦ ਕਮਾਵੈ, ਕਬਹੂ ਨਾ ਆਵਹਿ ਹਾਰ ਜਿਉ। ਜਮ ਤਿਨਾਂ ਦੇ ਨੇੜੇ ਨਹੀਂ ਆਉਂਦਾ ਜਿਹੜੇ ਗੁਰੂ ਕੇ ਸ਼ਬਦ ਦੀ ਕਮਾਈ ਕਰਦੇ ਨੇ। ਜਿਹੜੇ ਸ਼ਬਦ ਕਮਾਉਂਦੇ ਨੇ ਉਹ ਕਦੇ ਵੀ ਹਾਰ ਕੇ ਨਹੀਂ ਆਉਂਦੇ। ਕਬਹੂ ਨਾ ਆਵਹਿ ਹਾਰ ਜਿਉ। ਜਿਹੜੇ ਸਤਿਗੁਰਾਂ ਦਾ ਸ਼ਬਦ ਕਮਾਉਂਦੇ ਨੇ ਉਹ ਆਪਣੇ ਇਸ ਜਨਮ ਦੀ ਬਾਜੀ ਨੂੰ ਕਦੇ ਨਹੀਂ ਹਾਰਦੇ। ਉਹ ਆਪਣੇ ਇਸ ਜਨਮ ਦੀ ਬਾਜੀ ਨੂੰ ਜਿੱਤ ਲੈਂਦੇ ਹਨ। ਤੇ ਕਬਹੂ ਨਾ ਹਾਰ ਹੈ, ਹਾਰ ਹਾਰ ਗੁਣ ਸਾਰ ਹੈ। ਤਿੰਨ ਜਮ ਨੇੜ ਨਾ ਆਵੈ। ਉਹ ਕਦੇ ਆਪਣੇ ਜਨਮ ਦੀ ਬਾਜੀ ਨੂੰ ਨਹੀਂ ਹਾਰਦੇ। ਹਰੀ ਅਕਾਲ ਪੁਰਖ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੇ ਗੁਣਾਂ ਨੂੰ ਸਾਰਦੇ ਸੰਭਾਲਦੇ ਨੇ ਔਰ ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਤਿੰਨ ਜਮ ਨੇੜ ਨਾ ਆਵੈ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਜੰਮਣ ਮਾਰਣ ਤਿਨਾ ਕਾ ਚੂਕਾ, ਜੋ ਹਰ ਲਾਗੇ ਪਾਵੈ। ਪਾਤਸ਼ਾਹ ਕਹਿੰਦੇ ਜਿਹੜੇ ਹਰੀ ਦੇ ਚਰਨੀ ਲੱਗ ਗਏ ਉਹ ਨਾ ਜੰਮਦੇ ਨੇ ਤੇ ਨਾ ਹੀ ਮਰਦੇ ਨੇ। ਉਹਨਾਂ ਦਾ ਜੰਮਣਾ ਮਰਨਾ ਮਿਟ ਜਾਂਦਾ। ਜੰਮਣ ਮਰਨ ਤੇ ਨਾ ਕਾ ਚੂਕਾ, ਬੜਾ ਵੱਡਾ ਦੁੱਖ ਹੈ ਜੰਮਣਾ ਤੇ ਮਰਨਾ। ਬਾਰ-ਬਾਰ ਜਨਮਣਾ, ਬਾਰ-ਬਾਰ ਮਰਨਾ, ਇਹ 84 ਦਾ ਗੇੜ ਬੜਾ ਲੰਮਾ ਹੈ। ਪੱਥਰ ਦੀ ਜੂਨ ਪੈ ਗਏ ਤੇ ਕਈ ਯੁੱਗ ਤਾਂ ਪੱਥਰ ਦੀ ਜੂਨ ਹੀ ਖਤਮ ਨਹੀਂ ਹੁੰਦੀ। ਬੜਾ ਵੱਡਾ ਗੇੜਾ 84 ਦਾ। ਇਹ ਜੋ ਵੀ ਦਿਸ ਰਿਹਾ ਸਭ ਜੂਨੀਆਂ ਨੇ। ਬਹੁਤ ਕੁਝ ਐਸਾ ਜਿਹੜਾ ਨਹੀਂ ਦਿਸਦਾ, ਜੂਨੀਆਂ ਉਹ ਵੀ ਨੇ। ਆ ਸੂਖਮ ਵਰਤਾਰੇ ਵਿੱਚ ਜਿੰਨਾ ਵੀ ਕੁਝ ਵਰਤ ਰਿਹਾ ਇਹ ਵੀ ਤਾਂ ਜੂਨੀਆਂ ਹੀ ਨੇ ਨਾ। ਆ ਜਿੰਨੇ ਦੇਵੀਆਂ ਦੇਵਤੇ ਨਜ਼ਰ ਨਹੀਂ ਆਉਂਦੇ ਇਹ ਵੀ ਜੂਨੀਆਂ ਹੀ ਨੇ। ਇਹ ਕਿਤੇ ਨਾ ਕਿਤੇ ਕਿਸੇ ਕਿਸੇ ਤੋਂ ਪੈਦਾ ਹੋਏ ਨੇ ਨਾ। ਅਕਾਲ ਪੁਰਖ ਹੀ ਅਜੂਨੀਆਂ, ਬਾਕੀ ਤਾਂ ਸਭ ਜੂਨੀਆਂ ਵਿੱਚ ਹੀ ਹੈ। ਆ ਜਿੰਨਾ ਵੀ ਵਰਤਾਰਾ ਨਜ਼ਰ ਆ ਰਿਹਾ ਹੈ ਤੋ ਇਹ ਬੜਾ ਵੱਡਾ ਗੇੜਾ ਹੈ ਜੂਨੀਆਂ ਦਾ। 84 ਲੱਖ ਜੂਨੀਆਂ ਦਾ ਬੜਾ ਵੱਡਾ ਗੇੜਾ ਹੈ। ਇਹਦੇ ਤੋਂ ਉਹੀ ਮੁਕਤ ਹੋ ਸਕਦਾ ਜਿਹਦੇ ਤੇ ਨਿਰੰਕਾਰ ਅਕਾਲ ਪੁਰਖ ਵਿਧਾਤੇ ਪਰਮੇਸ਼ਰ ਦੀ ਕਿਰਪਾ ਹੋਵੇ। ਬਿਨਾਂ ਨਿਰੰਕਾਰ ਦੀ ਕਿਰਪਾ ਤੋਂ, ਅਕਾਲ ਪੁਰਖ ਦੀ ਦਇਆ ਤੋਂ ਕਿਸੇ ਦੀ ਬੰਦ ਖਲਾਸੀ ਨਹੀਂ ਹੋ ਸਕਦੀ। ਮਹਾਰਾਜ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਚਰਨੀ ਲੱਗ ਗਏ, ਅਕਾਲ ਪੁਰਖ ਦੇ ਚਰਨੀ ਲੱਗ ਗਏ, ਉਹਨਾਂ ਦਾ ਜੰਮਣਾ ਮਰਨਾ ਮਿਟ ਗਿਆ। ਜੰਮਣ ਮਰਨ ਤਿਨਾ ਕਾ ਚੂਕਾ, ਉਹਨਾਂ ਦਾ ਜੰਮਣਾ ਮਰਨਾ ਚੁੱਕ ਗਿਆ, ਦੂਰ ਹੋ ਗਿਆ। ਜਿਹੜੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਚਰਨੀ ਲੱਗੇ। ਗੁਰਮਤਿ ਹਰ ਰਸ ਹਰ ਫਲ ਪਾਇਆ, ਹਰ ਹਰ ਨਾਮ ਉਰ ਧਾਰ ਜਿਉ। ਗੁਰੂ ਦੀ ਮੱਤ ਦੁਆਰਾ ਜਿਨ੍ਹਾਂ ਨੇ ਹਰੀ ਦੇ ਨਾਮ ਰਸ ਨੂੰ ਮਾਣਿਆ ਉਹ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹੈ। ਉਹੀ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਜਿਹੜੇ ਗੁਰੂ ਦੀ ਮੱਤ ਦੁਆਰਾ ਹਰੀ ਦੇ ਰਸ ਨੂੰ ਮਾਣਦੇ ਨੇ ਔਰ ਤਿਨਾਂ ਨੇ ਆਪਣੇ ਹਿਰਦੇ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਵਸਾਇਆ, ਅੰਮ੍ਰਿਤ ਨਾਮ ਨੂੰ ਧਾਰਨ ਕੀਤਾ ਹੈ।
ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ। ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਰ ਨੂੰ ਧਿਆਇਆ ਤਿਨ੍ਹਾਂ ਨੇ ਸੁਖ ਪ੍ਰਾਪਤ ਕੀਤਾ, ਤੇ ਐਸੇ ਸੰਸਾਰ ਵਿੱਚ ਵਿਰਲੇ ਨੇ ਜਿਨ੍ਹਾਂ ਨੇ ਨਾਮ ਜਪਿਆ, ਨਾਮ ਧਿਆਇਆ ਤੇ ਨਾਮ ਅਰਾਧਿਆ ਹੈ। ਜਿਨ ਜਗਤ ਉਪਾਇਆ ਧੰਦੈ ਲਾਇਆ ਤਿਸੈ ਵਿਟਹੁ ਕੁਰਬਾਨ ਜੀਓ। ਜਿਸ ਵਾਹਿਗੁਰੂ ਨੇ ਜਗਤ ਪੈਦਾ ਕੀਤਾ ਉਸੇ ਨੇ ਸਭ ਨੂੰ ਧੰਦਿਆਂ ਚ ਲਾਇਆ ਹੋਇਆ। ਜਿਨ ਜਗਤ ਉਪਾਇਆ ਧੰਦੈ ਲਾਇਆ, ਜਿਸ ਨੇ ਸਾਰੇ ਜਗਤ ਨੂੰ ਪੈਦਾ ਕਰਕੇ ਧੰਦਿਆਂ ਚ ਲਾਇਆ, ਤਿਸੈ ਵਿਟਹੁ ਕੁਰਬਾਨ ਜੀਓ। ਕਹਿੰਦੇ ਉਸ ਵਾਹਿਗੁਰੂ ਤੋਂ, ਉਸ ਅਕਾਲ ਪੁਰਖ ਤੋਂ ਮੈਂ ਕੁਰਬਾਨ ਜਾਵਾਂ, ਉਸ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੋਂ ਮੈਂ ਬਲਿਹਾਰ ਜਾਵਾਂ। ਤਾਕੀ ਸੇਵ ਕਰੀਜੈ ਲਾਹਾ ਲੀਜੈ ਹਰ ਦਰਗਹ ਪਾਈਐ ਮਾਨ ਜੀਓ। ਉਸ ਅਕਾਲ ਪੁਰਖ ਪਰਮੇਸ਼ਰ ਦੀ ਸੇਵਾ ਕਰੀਏ ਤਾਂ ਕਿ ਸੇਵ ਕਰੀਜੈ, ਉਹਦੀ ਸੇਵਾ ਕਰੀਏ ਔਰ ਉਹਦੀ ਸੇਵਾ ਕਰਕੇ ਲਾਹਾ ਪ੍ਰਾਪਤ ਕਰੀਏ। ਜਦੋਂ ਇਹ ਲਾਹਾ ਪ੍ਰਾਪਤ ਕਰੋਗੇ ਤਾਂ ਫਿਰ ਨਿਰੰਕਾਰ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਹੋਵੇਗਾ। ਜਿਨ੍ਹਾਂ ਕੋਲ ਨਾਮ ਦਾ ਲਾਹਾ ਹੋਵੇਗਾ ਨਾ, ਅਕਾਲ ਪੁਰਖ ਦੀ ਦਰਗਾਹ 'ਚ ਉਹਨਾਂ ਦਾ ਹੀ ਮਾਣ ਹੋਣਾ। ਉਹਨਾਂ ਨੂੰ ਫਿਰ ਰੇਰੇ ਦਰਗਾਹ ਕਹਿ ਨਾ ਕੋ, ਇਦਾਂ ਨਹੀਂ ਕਹਿਣਗੇ ਰੇਰੇ ਪਿੱਛੇ ਹਟ ਜਾ, ਇਦਾਂ ਨਹੀਂ ਆਖਣਗੇ। ਸਗੋਂ ਨਿਰੰਕਾਰ ਦੇ ਘਰ ਵਿੱਚ ਉਹਨਾਂ ਦਾ ਸਤਿਕਾਰ ਹੋਵੇਗਾ, ਆਓ ਜੀ ਬੈਠੋ ਜੀ, ਇਦਾਂ ਅਦਬ ਹੋਵੇਗਾ। ਜਿਨ੍ਹਾਂ ਕੋਲ ਨਾਮ ਦਾ ਲਾਹਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਨਿਰੰਕਾਰ ਦੀ ਦਰਗਾਹ ਵਿੱਚ ਮਾਣ ਪਾਉਣਗੇ। ਹਰ ਦਰਗਹ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਛਾਣ। ਹਰੀ ਦੀ ਦਰਗਾਹ ਵਿੱਚ ਉਹੀ ਜਨ ਮਾਣ ਪਾਉਂਦੇ ਹਨ ਜਿਹੜੇ ਨਰ ਉਸ ਇੱਕ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੂੰ ਪਛਾਣਦੇ ਨੇ। ਜਿਹੜੇ ਉਸ ਇੱਕ ਨੂੰ ਪਛਾਣਦੇ ਨੇ ਉਹੀ ਹਰੀ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ। ਉਹ ਨਾਵ ਨਿਦ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖ ਵਖਾਣੈ। ਉਹ ਨੌ ਨਿਧੀਆਂ ਦਾ ਖਜ਼ਾਨਾ ਪ੍ਰਾਪਤ ਕਰ ਲੈਂਦਾ ਜਿਹੜਾ ਗੁਰੂ ਦੀ ਮੱਤ ਲੈ ਕੇ ਹਰੀ ਨੂੰ ਧਿਆਉਂਦਾ ਹੈ, ਔਰ ਉਹ ਨਿਤ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਆਖਦਾ, ਅਕਾਲ ਪੁਰਖ ਦੇ ਗੁਣਾਂ ਨੂੰ ਵਖਾਣਦਾ। ਅਹਨਿਸ ਨਾਮ ਤਿਸੈ ਕਾ ਲੀਜੈ ਹਰ ਊਤਮ ਪੁਰਖ ਪ੍ਰਧਾਨ ਜੀਓ। ਇਹ ਭਾਈ ਰਾਤ ਦਿਨ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਲਵੋ। ਅਹਨਸ ਨਾਮ ਤਿਸੈ ਕਾ ਲੀਜੈ, ਰਾਤ ਦਿਨ ਉਸ ਵਾਹਿਗੁਰੂ ਦਾ ਨਾਮ ਲਓ ਭਾਈ। ਹਰ ਉੱਤਮ ਪੁਰਖ ਪ੍ਰਧਾਨ ਜੀਓ, ਉਹ ਹਰੀ ਉੱਤਮ ਪੁਰਖ ਹੈ, ਪ੍ਰਧਾਨ ਹੈ, ਮੁਖੀ ਹੈ, ਉਹਦਾ ਨਾਮ ਲਓ ਭਾਈ, ਉਹਦਾ ਨਾਮ ਜਪੋ, ਰਾਤ ਦਿਨ ਉਸ ਦੇ ਨਾਮ ਦੀ ਆਰਾਧਨਾ ਕਰੋ। ਜਿਨ ਜਗਤ ਉਪਾਇਆ ਧੰਦੈ ਲਾਇਆ ਹਾਂ ਤਿਸੈ ਵਿਟਹੁ ਕੁਰਬਾਨ ਜੀਓ। ਜਿਸ ਨੇ ਇਹ ਜਗਤ ਪੈਦਾ ਕੀਤਾ ਉਸੇ ਨੇ ਸੰਸਾਰ ਦੇ ਸਾਰੇ ਜੀਵਾਂ ਨੂੰ ਧੰਦਿਆਂ ਚ ਲਾਇਆ ਹੋਇਆ। ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ, ਉਹਦੇ ਤੋਂ ਵਾਰੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਆਪਣੇ ਸਾਹਿਬ ਤੋਂ ਵਾਰੇ ਜਾਂਦਾ ਹਾਂ, ਆਪਣੇ ਮਾਲਕ ਤੋਂ ਕੁਰਬਾਨ ਜਾਂਦਾ ਹਾਂ। ਨਾਮ ਲੈਣ ਸੇ ਸੋਹ ਹੈ ਤਿਨ ਸੁਖ ਫਲ ਹੋਵਹਿ
ਮਨ ਹੈ ਸੇ ਜਿਣ ਜਾਹੇ ਜਿਉ। ਜਿਹੜੇ ਰਸਨਾ ਨਾਲ ਜਪਦੇ ਹਨ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ੍ਰੀ ਸ਼੍ਰੀ। ਵਾਹਿਗੁਰੂ। ਜਿਹੜੇ ਰਸਨਾ ਨਾਲ ਪਰਮੇਸ਼ਰ ਦਾ ਨਾਮ ਲੈਂਦੇ ਆ ਉਹ ਸੋਭਦੇ ਹਨ, ਉਹੀ ਸੋਹੰਦੇ ਹਨ ਗੁਰੂ ਸਾਹਿਬ ਦੇ ਚਰਨਾਂ 'ਚ। ਜਿਹੜੇ ਨਾਮ ਲੈਂਦੇ ਆ, ਨਾਮ ਲੈਣ ਸੇ ਸੋਹ ਹੈ, ਜਿਹੜੇ ਨਾਮ ਲੈਂਦੇ ਨੇ ਉਹੀ ਸੋਭਦੇ ਨੇ। ਤਿੰਨ ਸੁਖ ਹੋਵੈ, ਉਹਨਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮਨ ਹੈ ਸੇ ਜਿਣ ਜਾਹੇ ਜੀਓ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ 'ਚ ਮੰਨਦੇ ਨੇ, ਮਹਾਰਾਜ ਜੀ ਕਹਿੰਦੇ ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ ਹਨ। ਜਿਣ ਜਾਹੇ ਜੀਓ, ਉਹ ਜਿੱਤ ਜਾਂਦੇ ਨੇ ਆਪਣੇ ਜਨਮ ਦੀ ਬਾਜੀ ਨੂੰ। ਤਿੰਨ ਫਲ ਤੋਟ ਨਾ ਆਵੈ, ਜਾਂ ਤਿਸ ਭਾਵੈ। ਜੇ ਜੁਗ ਕੇਤੇ ਜਾਹੇ ਜਿਉ। ਇਹਨਾਂ ਨੂੰ ਮੁਕਤੀ ਰੂਪੀ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਉਹਨਾਂ ਨੂੰ ਕੋਈ ਤੋਟਾ ਨਹੀਂ ਰਹਿੰਦਾ। ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਫਿਰ ਉਹਨੂੰ ਕਾਹਦਾ ਤੋਟਾ ਜਿਹਦਾ ਸੁਆਮੀ ਅਕਾਲ ਪੁਰਖ ਪਰਮੇਸ਼ਰ ਹੈ। ਜਾ ਤਿਸ ਭਾਵੈ, ਜੇ ਉਹਨੂੰ ਭਾਵੇ ਤਾਂ ਫਿਰ ਉਹਨੂੰ ਕੋਈ ਤੋਟਾ ਨਹੀਂ। ਜੇ ਜੁਗ ਕੇਤੇ ਜਾਹੇ ਜੀਓ, ਭਾਵੇਂ ਕਰੋੜਾਂ ਯੁੱਗ ਨਾ ਬੀਤ ਜਾਣ, ਉਹਨੂੰ ਖਰਚਦਿਆਂ ਜਿਹੜਾ ਉਹਨੂੰ ਭਾ ਗਿਆ ਉਹਨੂੰ ਕਦੇ ਤੋਟਾ ਆਉਂਦਾ ਹੀ ਨਹੀਂ, ਐਸਾ ਹੋ ਜਾਂਦਾ ਹੋ। ਹਾਂਜੀ। ਜੇ ਜੁਗ ਕੇਤੇ ਜਾਹੇ ਸੁਆਮੀ, ਤਿੰਨ ਫਲ ਤੋਟ ਨਾ ਆਵੈ। ਜਿਹੜਾ ਫਲ ਪਰਮੇਸ਼ਰ ਨੇ ਆਪਣਾ ਭਜਨ ਕਰਨ ਵਾਲਿਆਂ ਨੂੰ ਬਖਸ਼ ਦਿੱਤਾ ਨਾ, ਭਾਵੇਂ ਕਰੋੜਾਂ ਯੁੱਗ ਤਾਂ ਕੀ ਅਰਬਾਂ ਖਰਬਾਂ ਯੁੱਗ ਬੀਤ ਜਾਣ, ਉਹ ਫਲ ਨੂੰ ਖਾਂਦਿਆਂ ਤੋਟਾ ਆਉਂਦਾ ਹੀ ਨਹੀਂ, ਘਾਟਾ ਆਉਂਦਾ ਹੀ ਨਹੀਂ। ਜੋਗਾਂ ਪਹਿਲਾਂ ਭਗਤੀ ਕੀਤੀ ਭਗਤ ਪ੍ਰਹਿਲਾਦ ਨੇ ਕਿ ਉਹਨਾਂ ਦੇ ਕੀਤੀ ਭਗਤੀ ਦਾ ਫਲ ਜੋ ਉਹਨਾਂ ਨੂੰ ਮਿਲਿਆ ਉਹਦੇ 'ਚ ਤੋਟਾ ਆਉਂਦਾ। ਅੱਜ ਵੀ ਉਸੇ ਤਰ੍ਹਾਂ ਭਗਤ ਜੀ ਦਾ ਨਾਮ ਲੈ ਕੇ ਅਸੀਂ ਸਜਦਾ ਕਰਦੇ ਹਾਂ, ਨਮਸਕਾਰ ਭਗਤ ਪ੍ਰਹਿਲਾਦ ਨੂੰ। ਪਾਤਸ਼ਾਹ ਜਦੋਂ ਉਦਾਹਰਣ ਵੀ ਦਿੰਦੇ ਤੇ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਤੋਟਾ ਨਹੀਂ, ਅਕਾਲ ਪੁਰਖ ਦੀ ਬੰਦਗੀ ਦੇ ਕੀਤੇ ਫਲ ਵਿੱਚ ਤੋਟਾ ਨਹੀਂ ਆਉਂਦਾ, ਭਾਵੇਂ ਯੁਗਾਂ ਦਾ ਸਮਾਂ ਬੀਤ ਜਾਵੇ। ਤਿੰਨ ਜਾਰਾ ਨਾ ਮਾਰਨਾ, ਨਰਕ ਨਾ ਪਾਰਨਾ। ਜੋ ਹਰ ਨਾਮ ਧਿਆਵੈ। ਜਿਹੜੇ ਹਰੀ ਪਰਮੇਸ਼ਰ ਦਾ ਨਾਮ ਧਿਆਉਂਦੇ ਆ, ਨਾ ਉਹਨਾਂ ਨੂੰ ਬੁਢੇਪਾ ਵਿਆਪਦਾ ਤੇ ਨਾ ਹੀ ਮੌਤ ਵਿਆਪਦੀ ਆ ਤੇ ਨਾ ਹੀ ਉਹ ਨਰਕਾਂ 'ਚ ਪੈਂਦੇ ਆ। ਤਿੰਨ ਜਰਾ ਨਾ ਮਰਨਾ, ਨਰਕ ਨਾ ਪਰਨਾ। ਉਹ ਨਾ ਬੁਢੇਪੇ ਕਰਕੇ ਦੁਖੀ, ਨਾ ਉਹ ਮਰਦੇ ਆ ਤੇ ਨਾ ਹੀ ਉਹ ਨਰਕਾਂ 'ਚ ਪੈਂਦੇ ਆ। ਭਲਾ ਕੌਣ? ਜੋ ਹਰ ਨਾਮ ਧਿਆਵੈ, ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ। ਹਰ ਹਰ ਕਰ ਹੈ ਸੇ ਸੂਕੈ ਨਾਹੀ, ਨਾਨਕ ਪੀੜ ਨਾ ਖਾਹੇ ਜਿਉ। ਜਿਹੜੇ ਹਰੀ ਹਰੀ ਦਾ ਜਾਪ ਜਪਦੇ ਨੇ ਉਹ ਸੁੱਕਦੇ ਨਹੀਂ। ਸੁੱਕਣ ਦਾ ਇੱਥੇ ਕੀ ਮਤਲਬ ਹੈ? ਸੁੱਕਣ ਦਾ ਮਤਲਬ ਹੁੰਦਾ ਦੁਖੀ ਹੋਣਾ, ਸ਼ੋਕ ਸਹਿਤ ਹੋਣਾ। ਕਹਿੰਦੇ ਉਹ ਕਦੇ ਦੁਖੀ ਨਹੀਂ ਹੁੰਦੇ ਜਿਹੜੇ ਹਰੀ ਦਾ ਨਾਮ ਧਿਆਉਂਦੇ ਐ, ਔਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪੀੜਾ ਨਹੀਂ ਵਿਆਪਦੀ, ਉਹ ਕੋਈ ਪੀੜ ਨਹੀਂ ਖਾਂਦੇ, ਯਾਨੀ ਕਿ ਸਦਾ ਹੀ ਖੇੜੇ ਤੇ ਵਿਗਾਸ ਵਿੱਚ ਰਹਿੰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਉਹ ਸਦਾ ਹੀ ਖੇੜੇ ਵਿੱਚ ਤੇ ਵਿਗਾਸ ਵਿੱਚ ਰਹਿੰਦੇ ਐ। ਜਿਹੜੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ, ਅਕਾਲ ਪੁਰਖ ਜੀ ਦੇ ਨਾਮ ਦੀ ਆਰਾਧਨਾ ਕਰਦੇ ਹਨ, ਉਹ ਕਦੇ ਕਿਸੇ ਦੁੱਖ ਕਰਕੇ ਆਤੁਰ ਨਹੀਂ ਹੁੰਦੇ ਔਰ ਨਾ ਕਿਸੇ ਪੀੜਾ ਕਰਕੇ ਉਹ ਵਿਆਕੁਲ ਹੁੰਦੇ ਹਨ। ਨਾਮ ਲੈਣ ਸੇ ਸੋਹ ਹੈ,
ਤਿਨ ਸੁਖ ਫਲ ਹੋਵਹਿ। ਜਿਹੜੇ ਪਰਮੇਸ਼ਰ ਦਾ ਨਾਮ ਲੈਂਦੇ ਐ ਉਹ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਸੋਭਦੇ ਹਨ। ਉਹਨਾਂ ਨੂੰ ਆਤਮਿਕ ਸੁਖ ਰੂਪੀ ਫਲ ਦੀ ਪ੍ਰਾਪਤੀ ਹੁੰਦੀ, ਬ੍ਰਹਮ ਸਰੂਪ ਉਹਨਾਂ ਅੰਦਰ ਸਾਖਸ਼ਾਤਕਾਰ ਹੋ ਜਾਂਦਾ ਹੈ। ਜਿਹੜੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਅੰਮ੍ਰਿਤ ਨਾਮ ਲੈਂਦੇ ਹਨ। ਮਾਨਹਿ ਸੇ ਜਿਣ ਜਾਹੇ ਜੀਉ। ਜਿਹੜੇ ਪਰਮੇਸ਼ਰ ਦੇ ਨਾਮ ਨੂੰ ਮੁਕਤੀ ਫਲ ਵਰਦਾਤਾ ਮੰਨਦੇ ਨੇ ਕਿ ਉਹਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ, ਜਿਨ੍ਹਾਂ ਨੇ ਮੰਨ ਲਿਆ ਔਰ ਮੰਨ ਕੇ ਫਿਰ ਪਰਮੇਸ਼ਰ ਦੇ ਨਾਮ ਨੂੰ ਅਰਾਧਿਆ, ਮਹਾਰਾਜ ਜੀ ਕਹਿੰਦੇ ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਕੇ ਸੰਸਾਰ ਤੋਂ ਜਾਂਦੇ ਨੇ। ਜਿਣ ਦਾ ਮਤਲਬ ਹੁੰਦਾ ਜਿੱਤ ਜਾਣਾ। ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਕੇ ਸੰਸਾਰ ਤੋਂ ਜਾਂਦੇ ਨੇ, ਜਿਹੜੇ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ 'ਚ ਮੰਨਦੇ ਹਨ। ਗੁਰਦੇਵ ਕਿਰਪਾ ਕਰਨ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਵਿੱਤਰ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸ ਜਾਵੇ। ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।